Hello students, as you all know that to know about any language we have to know about the basics of that particular language. Today we are going to start tenses that are the basics of English language. If we want to know about English language, we have to know about tenses. There are three type of tenses: present, past and future. And further each type has more three types. Thus there are 12 type of tenses. Present tense, 4 types are in present tense: present indefinite, present continuous, present perfect and present perfect continuous. After that, past tense, past indefinite, past continuous, past perfect, and fourth is past perfect continuous. And third type is future tense. In future tense there are also 4 types: future indefinite, future continuous, future perfect and future perfect continuous. And now we are going to do one by one these 12 type of tenses. First is present indefinite. In present indefinite we use first form of verb plus s or es, and to convert this tense in negative and into interrogative we use do or does. We use this tense when we talk about any habit in present time and with any repeated action. ਅਸੀਂ ਇਸ ਟੈਂਸ ਨੂੰ ਕਦੋਂ ਯੂਜ਼ ਕਰਦੇ ਹਾਂ? ਜਦ ਅਸੀਂ ਕਿਸੇ ਹੈਬਿਟ ਬਾਰੇ ਗੱਲ ਕਰਦੇ ਹਾਂ ਜਾਂ ਕਿਸੇ ਹੈਬਿਟ ਬਾਰੇ ਜਾਂ ਕਿਸੇ ਰਿਪੀਟਡ ਐਕਸ਼ਨ ਬਾਰੇ ਜੋ ਕੀ ਹੈ ਵਾਰ-ਵਾਰ ਰਿਪੀਟ ਹੋ ਰਿਹਾ ਹੈ. ਦੇयर ਆਰ ਸਮ ਐਗਜ਼ਾਮਪਲ. ਫॉर एग्जांपल, ਮੁਕੇਸ਼ ਗੋਜ਼ ਟੂ ਬੈੱਡ ਐਟ 10 PM. ਮੁਕੇਸ਼ 10 ਵਜੇ ਸੌਣ ਦੇ ਲਈ ਜਾਂਦਾ ਹੈ. ਇਹ ਕੀ ਹੈ? ਜਿਵੇਂ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਇਹ ਹੈਬਿਟ ਹੈ ਇੱਕ, ਹਰ ਰੋਜ਼ ਉਹ ਕਿੰਨੇ ਵਜੇ ਜਾਂਦਾ ਹੈ? 10 ਵਜੇ ਸੌਣ ਦੇ ਲਈ ਜਾਂਦਾ ਹੈ. ਤਾਂ ਇਸ ਸੈਂਟੈਂਸ ਨੂੰ ਅਸੀਂ ਕਿਵੇਂ ਲਿਖਾਂਗੇ? ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਤਾਂ ਅਸੀਂ ਉਸ ਨੂੰ ਪ੍ਰੈਜ਼ੈਂਟ ਇਨਡੈਫੀਨਿਟ ਵਿੱਚ ਲਿਖਾਂਗੇ. ਹੀ ਟੇਕਸ ਟੀ ਵਿਦਾਊਟ ਸ਼ੂਗਰ, ਇਟ ਇਜ਼ ਆਲਸੋ ਅ ਹੈਬਿਟ. ਤਾਂ ਹੈਬਿਟ ਦੀ ਗੱਲ ਕਰ ਰਹੇ ਹਾਂ, ਜਦੋਂ ਉਹ ਚਾਹ ਪੀਂਦਾ ਹੈ, ਬਿਨਾਂ ਸ਼ੂਗਰ ਤੋਂ ਚਾਹ ਪੀਂਦਾ ਹੈ, ਇਹ ਵੀ ਇੱਕ ਹੈਬਿਟ ਹੈ. ਤਾਂ ਇਸ ਨੂੰ ਵੀ ਅਸੀਂ ਪ੍ਰੈਜ਼ੈਂਟ ਇਨਡੈਫੀਨਿਟ ਵਿੱਚ ਲਿਖਾਂਗੇ. ਹੀ ਰੀਡਸ ਅ ਨਿਊਜ਼ਪੇਪਰ ਐਵਰੀ ਡੇ, ਉਹ ਇੱਕ ਨਿਊਜ਼ਪੇਪਰ ਹਰ ਰੋਜ਼ ਪੜ੍ਹਦਾ ਹੈ. ਇਸ ਤੋਂ ਸਾਨੂੰ ਕੀ ਕਲੀਅਰ ਹੋ ਰਿਹਾ ਹੈ ਕਿ ਇਹ ਇੱਕ ਰਿਪੀਟਡ ਐਕਸ਼ਨ ਹੈ. ਐਵਰੀ ਡੇ, ਹਰ ਰੋਜ਼ ਪੜ੍ਹਦਾ ਹੈ. ਹੀ ਵਰਕਸ 8 hours a day, ਉਹ ਇੱਕ ਦਿਨ ਵਿੱਚ 8 ਘੰਟੇ ਕੰਮ ਕਰਦਾ ਹੈ. ਇਹ ਕੀ ਹੈ? ਉਸਦਾ ਰਿਪੀਟਡ ਐਕਸ਼ਨ ਹੈ. ਤਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਰਿਪੀਟਡ ਐਕਸ਼ਨ ਦੇ ਲਈ ਅਸੀਂ ਕੀ ਯੂਜ਼ ਕਰਦੇ ਹਾਂ? ਪ੍ਰੈਜ਼ੈਂਟ ਇੰਡੈਫੀਨਿਟ. ਆਫਟਰ ਦੈਟ, ਟੂ ਐਕਸਪ੍ਰੈਸ ਪਰਮਾਨੈਂਟ ਐਕਟੀਵਿਟੀ ਔਰ ਯੂਨੀਵਰਸਲ ਟਰੁੱਥ. ਜੇਕਰ ਅਸੀਂ ਕਿਸੇ ਪਰਮਾਨੈਂਟ ਐਕਟੀਵਿਟੀ ਦੀ ਗੱਲ ਕਰਨੀ ਹੈ ਜਾਂ ਕਿਸੇ ਯੂਨੀਵਰਸਲ ਟਰੁੱਥ ਦੀ ਗੱਲ ਕਰਨੀ ਹੈ ਜਿਸ ਨੂੰ ਸਾਰਾ ਸੰਸਾਰ ਮੰਨਦਾ ਹੈ, ਤਾਂ ਵੀ ਅਸੀਂ ਪ੍ਰੈਜ਼ੈਂਟ ਇੰਡੈਫੀਨਿਟ ਯੂਜ਼ ਕਰਦੇ ਹਾਂ. ਦ ਸਨ ਰਾਈਜ਼ਸ ਇਨ ਦ ਈਸਟ, ਸੂਰਜ ਕੀ ਹੈ? ਪੂਰਬ ਵਿੱਚੋਂ ਨਿਕਲਦਾ ਹੈ. ਇਹ ਕੀ ਹੈ? ਇੱਕ ਪਰਮਾਨੈਂਟ ਐਕਟੀਵਿਟੀ ਹੈ. ਇਹ ਤਾਂ ਨਹੀਂ ਨਾ ਕਦੇ ਪੱਛਮ ਵਿੱਚੋਂ ਨਿਕਲੇਗਾ, ਇਹ ਨਹੀਂ ਹੋ ਸਕਦਾ. ਜਦ ਕੋਈ ਪਰਮਾਨੈਂਟ ਐਕਟੀਵਿਟੀ ਹੋਵੇ ਤਾਂ ਅਸੀਂ ਕੀ ਕਰਦੇ ਹਾਂ? ਪ੍ਰੈਜ਼ੈਂਟ ਇੰਡੈਫੀਨਿਟ ਵਿੱਚ ਲਿਖਦੇ ਹਾਂ. ਦ ਗੰਗਾ ਸਪ੍ਰਿੰਗਸ ਫਰੋਮ ਦ ਹਿਮਾਲਿਆ, ਗੰਗਾ ਕਿੱਥੋਂ ਨਿਕਲਦੀ ਹੈ? ਹਿਮਾਲਿਆ ਵਿੱਚੋਂ ਨਿਕਲਦੀ ਹੈ. ਇਹ ਵੀ ਇੱਕ ਪਰਮਾਨੈਂਟ ਐਕਟੀਵਿਟੀ ਹੈ. 2 and 2 makes 4, 2 ਅਤੇ 2 ਕੀ ਬਣਦੇ ਹਨ? 4 ਬਣਦੇ ਹਨ. ਇਹ ਕੀ ਹੈ? ਇੱਕ ਯੂਨੀਵਰਸਲ ਟਰੁੱਥ ਹੈ. ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ 2 ਅਤੇ 2 ਇੱਥੇ ਵੀ 4 ਹਨ, ਕਿਸੇ ਹੋਰ ਕੰਟਰੀ ਵਿੱਚ ਵੀ 4 ਹਨ, ਤਾਂ ਕੀ ਹੈ? ਇਹ ਇੱਕ ਯੂਨੀਵਰਸਲ ਟਰੁੱਥ ਹੈ. ਮੈਨ ਇਜ਼ ਮੋਰਟਲ, ਮੈਨ ਇਜ਼ ਮੋਰਟਲ ਮੀਨਸ ਕੀ ਹੈ? ਆਦਮੀ ਮਰਨਹਾਰ ਹੈ. ਇਸ ਤੋਂ ਕੀ, ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਇੱਕ ਨਿਸ਼ਚਿਤ ਉਮਰ ਤੋਂ ਬਾਅਦ ਕੀ ਹੈ? ਆਦਮੀ ਦੀ ਡੈਥ ਹੋ ਜਾਂਦੀ ਹੈ. ਇਹ ਕੀ ਹੈ? ਇੱਕ ਯੂਨੀਵਰਸਲ ਟਰੁੱਥ ਹੈ. ਸਾਰਾ ਸੰਸਾਰ ਇਸ ਗੱਲ ਨੂੰ ਮੰਨਦਾ ਹੈ, ਕੋਈ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ. ਤਾਂ ਜੇਕਰ ਅਸੀਂ ਯੂਨੀਵਰਸਲ ਟਰੁੱਥ ਦੀ ਗੱਲ ਕਰਨੀ ਹੈ ਤਾਂ ਪ੍ਰੈਜ਼ੈਂਟ ਇੰਡੈਫੀਨਿਟ ਵਿੱਚ ਹੀ ਅਸੀਂ ਲਿਖਾਂਗੇ. ਆਫਟਰ ਦੈਟ, ਦ ਸਨ ਰਾਈਜ਼ਸ ਇਨ ਦ ਈਸਟ, ਸੂਰਜ ਪੂਰਬ ਵਿੱਚੋਂ ਨਿਕਲਦਾ ਹੈ. ਇਹ ਕੀ ਹੈ? ਇੱਕ ਪਰਮਾਨੈਂਟ ਐਕਟੀਵਿਟੀ ਹੈ. ਤਾਂ ਪਰਮਾਨੈਂਟ ਐਕਟੀਵਿਟੀ ਨੂੰ ਦੱਸਣ ਦੇ ਲਈ ਵੀ ਅਸੀਂ ਪ੍ਰੈਜ਼ੈਂਟ ਇੰਡੈਫੀਨਿਟ ਯੂਜ਼ ਕਰਾਂਗੇ. ਉਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਟੂ ਐਕਸਪ੍ਰੈਸ ਪੋਜੈਸ਼ਨ. ਪੋਜੈਸ਼ਨ ਕੀ ਹੁੰਦਾ ਹੈ? ਕਿਸੇ ਚੀਜ਼ ਉੱਪਰ ਆਪਣਾ ਹੱਕ ਜਤਾਉਣਾ. ਕਲੀਅਰ? ਜਿਵੇਂ ਦਿਸ ਪੈਨ ਬਿਲੋਂਗਸ ਟੂ ਮੀ, ਇਹ ਪੈਨ ਮੇਰਾ ਹੈ. ਜਦ ਅਸੀਂ ਕਹਿੰਦੇ ਹਾਂ ਨਾ ਕਿ ਇਹ ਚੀਜ਼ ਮੇਰੀ ਹੈ ਜਾਂ ਉਹ ਚੀਜ਼ ਉਸਦੀ ਹੈ, ਤਾਂ ਅਸੀਂ ਇਸ ਨੂੰ ਪੋਜੈਸ਼ਨ ਕਹਿੰਦੇ ਹਾਂ. ਤਾਂ ਇਸ ਨੂੰ ਵੀ ਅਸੀਂ ਪ੍ਰੈਜ਼ੈਂਟ ਇੰਡੈਫੀਨਿਟ ਵਿੱਚ ਹੀ ਲਿਖਾਂਗੇ. ਹੀ ਓਨਸ ਅ ਬਿਗ ਬਿਲਡਿੰਗ, ਉਹ ਕੀ ਹੈ? ਇੱਕ ਵੱਡੀ ਬਿਲਡਿੰਗ ਦਾ ਮਾਲਕ ਹੈ. ਤਾਂ ਇਹ ਵੀ ਕੀ ਹੈ? ਇੱਕ ਪੋਜੈਸ਼ਨ ਸ਼ੋ ਕਰ ਰਿਹਾ ਹੈ. ਓਕੇ. ਆਫਟਰ ਦੈਟ, ਟੂ ਐਕਸਪ੍ਰੈਸ ਮੈਂਟਲ ਐਕਟੀਵਿਟੀ, ਇਮੋਸ਼ਨ ਐਂਡ ਫੀਲਿੰਗਸ. ਹੁਣ ਜਦ ਅਸੀਂ ਕਿਸੇ ਮੈਂਟਲ ਐਕਟੀਵਿਟੀ ਦੀ ਗੱਲ ਕਰਦੇ ਹਾਂ, ਇਮੋਸ਼ਨਸ ਦੀ ਗੱਲ ਕਰਨੀ ਹੋਵੇ ਜਾਂ ਕਿਸੇ ਫੀਲਿੰਗਸ ਬਾਰੇ ਗੱਲ ਕਰਨੀ ਹੋਵੇ, ਇਸ ਸੈਂਟੈਂਸ ਨੂੰ ਵੀ ਅਸੀਂ ਪ੍ਰੈਜ਼ੈਂਟ ਇੰਡੈਫੀਨਿਟ ਵਿੱਚ ਹੀ ਲਿਖਾਂਗੇ. ਵੀ ਬਿਲੀਵ ਇਨ ਗੋਡ, ਅਸੀਂ ਕੀ ਹੈ? ਰੱਬ ਵਿੱਚ ਵਿਸ਼ਵਾਸ ਰੱਖਦੇ ਹਾਂ. ਇਹ ਕੀ ਹੈ? ਸਾਡੀਆਂ ਫੀਲਿੰਗਸ ਹੈ, ਇਮੋਸ਼ਨਸ ਹੈ ਸਾਡੇ. ਆਈ ਥਿੰਕ ਸ਼ੀ ਇਜ਼ ਆਲਵੇਜ਼ ਰੋਂਗ, ਮੈਂ ਸੋਚਦਾ ਹਾਂ ਕਿ ਉਹ ਹਮੇਸ਼ਾ ਹੀ ਰੋਂਗ ਹੁੰਦੀ ਹੈ.
इस यह सेंटेंस भी सानू की शो कर रहा है, एक फीलिंग्स शो कर रहा है किसी बारे कि वह हमेशा ही रॉन्ग होंदी है। आफ्टर दैट ही लव्स एनीमल्स, इट इज़ ऑल्सो अ फीलिंग, वह प्यार करता है जानवरों नूं। जद फीलिंग्स कोई इमोशनस वगैरह असी मैंटल एक्टिविटी साडे माइंड नाल जो संबंधित है, इस तरह की गल कोई करनी होवे तां असी प्रेजेंट इंडेफिनेट विच ही लिखांगे। हुण जिन्ने भी आपां ये कीते उपर कि कित्थे कित्थे असी प्रेजेंट इंडेफिनेट यूज़ करते हैं, जिवें कोई रिपीटेड एक्शन हो गया, मैंटल एक्टिविटी, इमोशनस, फीलिंग्स, जां कोई परमानेंट एक्टिविटी हो गई, यूनीवर्सल ट्रुथ हो गया, जिन्ने भी आपां पढ़े तुहानूं ये माइंड विच रखने पैणगे तां कि तुसीं जद भी कोई इन्हां विषयां दे नाल कोई रिलेटेड कोई भी गल आवे तां तुसीं उसनूं प्रेजेंट इंडेफिनेट विच ही लिखोगे। ओके, इन प्रेजेंट इंडेफिनेट इफ सब्जैक्ट इज सिंगुलर। हुण थोड़ा जिहा रूल करदे हां कि आपां प्रेजेंट इंडेफिनेट विच किस तरह लिखना हुंदा है, की उस विच आउंदा है। इफ प्रेजेंट इंडेफिनेट in present indefinite if subject is singular then we use s or es। जेकर present indefinite ਵਿੱਚ subject singular है ਤਾਂ ਅਸੀਂ ਕੀ use ਕਰਦੇ ਹਾਂ, s ਜਾਂ es with first form of verb ਦੀ first form plus s or es। but if subject is plural, जेकर subject plural है we don't use s or es with verb form, ਫਿਰ ਅਸੀਂ verb form ਦੇ ਨਾਲ s ਜਾਂ es use नहीं करांगे। ਇੱਥੇ ਤੁਹਾਨੂੰ ਮੈਂ ਇਹ ਵੀ ਦੱਸ ਦੇਵਾਂ ਕਿ ਸਿੰਗੂਲਰ ਸਬਜੈਕਟ ਕਿਹੜੇ ਹੁੰਦੇ ਆ ਜਿਨ੍ਹਾਂ ਨਾਲ ਆਪਾਂ ਐਸ ਜਾਂ ਈਐਸ ਲਗਾਉਣੀ ਹੈ, ਤੇ ਪਲੂਰਲ ਸਬਜੈਕਟ ਕਿਹੜੇ ਹੁੰਦੇ ਆ ਜਿਸ ਨਾਲ ਅਸੀਂ ਐਸ ਜਾਂ ਈਐਸ ਨਹੀਂ ਲਗਾਵਾਂਗੇ। ਹੀ, ਸ਼ੀ, ਇਟ ਔਰ ਐਨੀ ਵਨ ਪਰਸਨਸ, ਐਨੀਮਲਸ ਔਰ ਐਨੀ ਥਿੰਗਸ ਨੇਮ। ਜਦ ਸਬਜੈਕਟ ਕੀ ਹੈ ਆਪਣਾ ਹੀ ਹੈ, ਸ਼ੀ ਹੈ, ਇਟ ਹੈ, ਜਾਂ ਕਿਸੇ ਇੱਕ ਵਿਅਕਤੀ ਦਾ ਨਾਮ ਹੈ, ਜਾਂ ਕਿਸੇ ਇੱਕ ਜਾਨਵਰ ਦਾ ਨਾਮ ਹੈ, ਜਾਂ ਕਿਸੇ ਵੀ ਇੱਕ ਵਸਤੂ ਦਾ ਨਾਮ ਹੈ। जब अपना सब्जैक्ट यह है तो अगे जो सैकेंड नंबर उपर जो वर्ब फॉर्म आनी है उस दे नाल आपां एस जां ईएस लगावांगे। आफ्टर दैट इफ सब्जैक्ट इज प्लूरल, आई, वी, यू, दे, नो डाउट आई इज सिंगुलर बट इन प्रेजेंट इंडेफिनिट वी कंसीडर इट इन प्लूरल। ओके, आई, वी, यू, दे और मोर दैन वन पर्सनस, एनीमल्स और थिंग्स नेम। सब्जैक्ट की है, इन्हां विचों कोई है ज़्यादा परसनस हैं, ज़्यादा एनीमल्स जां ज़्यादा कोई वस्तां शो कीतियां गईयां एज ए सब्जैक्ट। फिर असीं की करना है, फिर आपां एस जां ई एस वर्ब फॉर्म दे नाल जो सैकेंड नंबर ते वर्ब फॉर्म आउंदी है उस दे नाल असीं एस जां ई एस यूज़ नहीं करांगे। नैगेटिव, इस सेंटेंस नूं जद असीं नैगेटिव विच कन्वर्ट करने आ, नैगेटिव सेंटेंस विद सिंगुलर सब्जैक्ट कन्वर्ट इनटू नैगेटिव विद डज नॉट। जेकर की है सब्जैक्ट साडा सिंगुलर है, जिस तरह मैं तुहानूं पहले ही दस्सिया है, ही, शी, इट जां किसी वन परसन का नेम, वन एनीमल का नेम, वन थिंग है, जेकर सब्जैक्ट सिंगुलर है तो उस सेंटेंस नूं नैगेटिव विच कन्वर्ट करने के लिए असीं की यूज़ करते हैं, डज नॉट। डज नॉट लगा दिंदे आ अते उस तो बाद की करते हैं, जो वर्ब फॉर्म आनी है सैकेंड नंबर उपर उस दे नाल की है एस जां ई एस असीं नहीं लगावांगे। जब सेंटेंस साडा नैगेटिव विच कन्वर्ट हो जाता है उस तो बाद असीं वर्ब फॉर्म दे नाल एस जां ई एस नहीं लगावांगे। फॉर एग्जाम्पल ये देखो 3 एग्जाम्पल्स दित्तियां होईयां ने, सिंपल सेंटेंस किस तरह हुंदा है, नैगेटिव किस तरह हुंदा है ते इंटैरोगेटिव किस तरह हुंदा है। जिस तरह अपना मुकेश की है सब्जैक्ट एक सिंगुलर सब्जैक्ट है तो फर्स्ट फॉर्म नाल आपां ई एस लगा दिता, मुकेश गोज़ टू बैड एट 10 PM। नैगेटिव बनाने के लिए की किया, मुकेश डज नॉट गो टू बैड एट 10 PM। हुण ये वेखो जब नैगेटिव अपना सेंटेंस कन्वर्ट हो गया, डज नॉट आपां यूज़ कर लिया, सब्जैक्ट सिंगुलर सी, उस तो अगे की करना, जो वर्ब फॉर्म सी उस दे नालों एस जां ई एस नहीं लगावांगे, वो कट देनी है। उस तो बाद जेकर इंटैरोगेटिव विच कन्वर्ट करना है तो डज कित्थे यूज़ करांगे, जो सिंगुलर सब्जैक्ट है अपना उस दे अगे डज आ जाएगा अते फर्स्ट फॉर्म दे नाल फिर आपां एस यूज़ नहीं करांगे। इंटैरोगेटिव दे विच भी नैगेटिव दे विच भी असीं एस यूज़ नहीं करनी जब सेंटेंस साडा नैगेटिव बन जाता है। ओके, टू कन्वर्ट इनटू इंटैरोगेटिव वी यूज़ डज बिफोर सब्जैक्ट एंड डोंट यूज़ एस और ई एस विद फर्स्ट फॉर्म ऑफ वर्ब इन दिस सेंटेंस ऑल्सो। जिवें कि ये गल मैं तुहानूं पहले दस चुका हाँ कि जद असीं इंटैरोगेटिव बनाउणे आ तां डज जां डू है, जो इस तरह जो डज और डू नॉट यूज़ एस और ई एस, फिर असीं एस जां ई एस यूज़ नहीं करांगे। ओके, फॉर एग्जाम्पल वी प्ले फुटबॉल। हुण तुसीं इत्थे वेख रहे हो कि सब्जैक्ट की है, प्लूरल है। जब प्लूरल सब्जैक्ट होवे तां फर्स्ट फॉर्म दे नाल पहलां ही असीं एस नहीं लगाउंदे,
क्लीयर। तो इस सेंटेंस नूं नैगेटिव विच कन्वर्ट करने लई की यूज़ करते हैं, डू नॉट। क्लीयर। नैगेटिव की है, वी डोंट प्ले फुटबॉल। एंड इफ वी वांट टू कन्वर्ट इनटू इंटरोगेटिव, डू, वी यूज डू बिफोर सब्जेक्ट, डू वी प्ले फुटबॉल एंड साइन ऑफ इंटरोगेशन। क्लियर। After that, if subject is plural, we use do to convert into negative or interrogative. As we use does to convert into negative and in interrogative if subject was singular. And now subject is plural and we are using here do to convert it into negative or interrogative. Okay, note I is singular, but in present indefinite tense we don't use s or es with first form of verb if subject is I. As I said you earlier, I is singular, but in present indefinite we always consider I as a plural. Okay, here is a practice exercise. Good student always dash hard. Now tell me what will we use here? Work is a verb here. Good student is singular. And as I said you that if subject is singular, we don't use s or es with first form of verb. Clear? Good student always works, not work. Okay, good student is singular and we will use s with first form of verb, work. Good student always works hard. Clear? And after that, he usually dash Bhojpuri. He is singular and we will use s or es with first form of verb. He usually speaks Bhojpuri. Clear? Mohan always cooks food in the kitchen. Mohan was singular and we have used s with cook. A vegetarian is a person who never eats meat. We will use s with first form of verb because subject is singular. A vegetarian is a person. वेजिटेरियन हेयर वेजिटेरियन कौन हुंदा है जो कोई मीट वगैरह नहीं खाता उसनूं वेजिटेरियन कहते हैं। इत्थे सिंगुलर है ना वेजिटेरियन। अ वेजिटेरियन इज अ पर्सन हु नेवर ईट्स मीट। वी विल यूज एस विद फर्स्ट फॉर्म ऑफ वर्ब। दे, व्हाट इज दे हेयर? दे इज प्लूरल हेयर। इफ सब्जेक्ट इज प्लूरल वी विल नॉट यूज एस और एस विद फर्स्ट फॉर्म ऑफ वर्ब। They go to the hill station every summer. We will not use s or es with first form of verb if our subject is plural. Okay? An honest man. An honest man means एक ईमानदार आदमी. An honest man always speaks the truth. एक जो ईमानदार आदमी होता है always. What is an honest man? It is a single person. An honest man always speaks the truth. We will use s with first form of verb. After that, my beloved often dash me in the evening. My beloved often visits me in the evening. We will use s. She rarely goes out for a walk on Sundays. वो की है बहुत घट वॉक दे ਲਈ ਜਾਂਦੀ है ਐਤਵਾਰ ਨੂੰ। Clear? We will use es. Okay, now you will ask that where we will use s or where we will use es. I will tell you about it. If verb ends with s, ss, sh, ch or x or o. If verb ends with, जेकर verb किस चीज नाल end हुंदी है? o, s, ss, ch, x or o. जेकर verb इन वर्ड्स ਦੇ ਨਾਲ ਕੀ ਹੈ ਐਂਡ ਹੁੰਦੀ ਹੈ ਤਾਂ ਆਪਾਂ ਉਸ ਵਰਬ ਨਾਲ ਕੀ ਲਗਾਵਾਂਗੇ? es। ਜੇਕਰ ਇਹਨਾਂ ਦੇ ਨਾਲ ਐਂਡ ਨਹੀਂ ਹੋ ਰਹੀ ਵਰਬ ਤਾਂ ਕੀ ਲਗਾਵਾਂਗੇ ਆਪਾਂ? s। clear? okay, here are some words you will for it they are for your practice and I hope it will be not any difficult job for you to convert these words into sentences. These are for your practice. Okay.